ਅੱਜ ਅਕਾਲ ਤਖਤ ਸਾਹਿਬ ਦੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮਾਘੀ ਮੌਕੇ ਮੁਕਤਸਰ ਸਾਹਿਬ ਦੀ 40 ਮੁਕਤਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ਸਾਹਿਬ ਦੀ ਉਸ ਧਰਤੀ ਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 21 ਵਿਸਾਖ 1762 ਨੂੰ ਮੁਗਲ ਸਾਮਰਾਜ ਦੇ ਖਿਲਾਫ ਆਖਰੀ ਫੈਸਲਾਕੁਨ ਜੰਗ ਲੜੀ ਗਈ ਤੇ ਫਤਿਹ ਵੀ ਹਾਸਲ ਹੋਈ। ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ 21 ਵਿਸਾਖ ਨੂੰ ਜਿੱਥੇ ਮਹਾਨ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ, ਉੱਥੇ ਹੀ ਮਾਤਾ ਭਾਗ ਕੌਰ ਦੀ ਵੀ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਨੇ ਯੁੱਧ ਵਿੱਚ ਦੁਸ਼ਮਣਾਂ ਨੂੰ ਧਰੋ ਕੇ ਮਾਰਿਆ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਯੁੱਧ ਦੇ ਮੈਦਾਨ ਵਿੱਚ ਆਏ ਤਾਂ ਸ਼ਹੀਦ ਹੋਏ ਸਿੰਘਾਂ ਨੂੰ 5-5 ਹਜ਼ਾਰੀ 10-10 ਹਜ਼ਾਰੀ ਖਿਤਾਬ ਦਿੱਤੇ ਤੇ ਯੁੱਧ ਵਿੱਚ ਜ਼ਖਮੀ ਹੋਏ ਮਹਾ ਸਿੰਘ ਦੇ ਕਹਿਣ ਤੇ ਟੁੱਟੀ ਗੰਢ ਲਈ ਤੇ ਬੇਦਾਵਾ ਪਾੜ ਦਿੱਤਾ। ਨਾਲ ਹੀ ਸ਼ਹੀਦ ਹੋਏ ਸਿੰਘਾਂ ਨੂੰ ਮੁਕਤਿਆਂ ਦੇ ਖਿਤਾਬ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ 21 ਵਿਸਾਖ ਸੰਮਤ 1762 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ 5 ਭੌਤਿਕ ਤਨ ਦੇ ਵਿੱਚ ਵਿਚਰਦਿਆਂ ਮੁਗਲ ਸਾਮਰਾਜ ਦੇ ਖਿਲਾਫ ਆਖਰੀ ਫੈਸਲਾਕੁਨ ਜੰਗ ਲੜੀ ਔਰ ਫਤਿਹ ਹਾਸਲ ਕੀਤੀ। ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 21 ਵਿਸਾਖ ਨੂੰ ਹੋਈ ਜੰਗ ਦੇ ਵਿੱਚ ਜਿੱਥੇ ਮਹਾਨ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਮਾਤਾ ਭਾਗ ਕੌਰ ਜੀ ਦੀ ਬਹੁਤ ਵੱਡੀ ਇਸ ਯੁੱਧ ਦੇ ਵਿੱਚ ਦੇਣ ਹੈ। ਉਹਨਾਂ ਨੇ ਸਵਾ ਮਨ ਭਾਰੀ ਲੋਹੇ ਦੀ ਸਾਂਗ ਦੇ ਨਾਲ ਦੁਸ਼ਮਣਾਂ ਨੂੰ ਵੜਿਆਂ ਵਾਂਗੂ ਪਰੋ ਕੇ ਮਾਰਿਆ। ਉੱਥੇ ਉਹ ਸਿੰਘ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬੇਦਾਵਾ ਦੇ ਗਏ ਸਨ, ਉਹਨਾਂ ਨੇ ਵੀ ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਮੈਦਾਨ ਦੇ ਵਿੱਚ ਤਾਂ ਦੇਖਿਆ ਸ਼ਹੀਦ ਹੋਏ ਸਿੰਘ ਪਏ ਨੇ। ਪਾਤਸ਼ਾਹ ਨੇ ਕਿਸੇ ਨੂੰ 5 ਹਜ਼ਾਰੀ, ਕਿਸੇ ਨੂੰ 10 ਹਜ਼ਾਰੀ, ਕਿਸੇ ਨੂੰ 20 ਹਜ਼ਾਰੀ ਦੇ ਖਿਤਾਬ ਦਿੱਤੇ। ਪਰ ਜਦੋਂ ਭਾਈ ਮਹਾਂ ਸਿੰਘ ਜੀ ਕੋਲ ਪਹੁੰਚੇ ਜੋ ਅਜੇ ਸਹਿਕ ਰਹੇ ਸਨ, ਪਾਤਸ਼ਾਹ ਨੇ ਭਾਈ ਮਹਾਂ ਸਿੰਘ ਜੀ ਦੇ ਸੀਸ ਨੂੰ ਆਪਣੀ ਗੋਦ 'ਚ ਰੱਖਿਆ। ਲਹੂ ਤੇ ਰੇਤੇ ਦੇ ਨਾਲ ਲਿਬੜਿਆ ਹੋਇਆ ਮੁੱਖ ਜਿਹੜਾ ਸੀ ਭਾਈ ਮਹਾਂ ਸਿੰਘ ਜੀ ਦਾ ਆਪਣੀ ਹਜ਼ੂਰੀਏ ਨਾਲ ਪਹੁੰਚਿਆ। ਪੁੱਛਿਆ ਭਾਈ ਮਹਾਂ ਸਿੰਘ ਜੀ ਨੂੰ, ਜਦੋਂ ਉਹਨਾਂ ਨੇ ਅੱਖਾਂ ਖੋਲ੍ਹ ਕੇ ਪਾਤਸ਼ਾਹ ਵੱਲ ਦੇਖਿਆ ਤੇ ਹੱਥ ਜੋੜੇ। ਮਹਾਂ ਸਿੰਘਾਂ ਮੰਗ ਕੀ ਮੰਗਦਾ? ਉਹਨੇ ਕਿਹਾ, ਮਹਾਰਾਜ ਟੁੱਟੀ ਗੰਢ ਲਓ, ਬੇਦਾਵਾ ਪਾੜ ਦਿਓ। ਪਾਤਸ਼ਾਹ ਨੇ ਕਿਹਾ, ਰਾਜ ਭਾਗ ਜ਼ਮੀਨ ਜਾਇਦਾਦ ਧਨ ਦੌਲਤ ਜੇ ਆਖੇ ਤਾਂ ਜ਼ਿੰਦਗੀ ਦੇ ਦਈਏ। ਕਹਿੰਦਾ, ਨਹੀਂ ਮਹਾਰਾਜ, ਨਾ ਧਨ ਦੌਲਤ ਨਾ ਪਦਾਰਥ ਨਾ ਜ਼ਿੰਦਗੀ ਚਾਹੀਦੀ ਹੈ, ਬਸ ਤੁਹਾਡੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ। ਮੈਨੂੰ ਤੁਹਾਡੇ ਚਰਨਾਂ ਦੀ ਪ੍ਰੀਤ ਬਖਸ਼ ਦਿਓ, ਟੁੱਟੀ ਗੰਢ ਲਓ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਜਿਵੇਂ ਪਾਤਸ਼ਾਹ ਨੇ ਬਾਣੀ ਦੇ ਵਿੱਚ ਕਿਹਾ। ਤਾਂ ਉਸੇ ਤਰ੍ਹਾਂ ਹੀ ਭਾਈ ਮਹਾਂ ਸਿੰਘ ਜੀ ਨੇ ਕਿਹਾ ਕਿ ਨਾ ਰਾਜ ਚਾਹੀਦਾ ਨਾ ਧਨ ਦੌਲਤ ਚਾਹੀਦੀ ਹੈ, ਜੇ ਚਾਹੀਦੀ ਹੈ ਤੇਰੇ ਚਰਨਾਂ ਨਾਲ ਪ੍ਰੀਤ ਚਾਹੀਦੀ ਹੈ। ਤਾਂ ਸਤਿਗੁਰਾਂ ਨੇ ਬੇਦਾਵਾ ਪਾੜਿਆ, ਟੁੱਟੀ ਗੰਢੀ ਔਰ ਸ਼ਹੀਦ ਹੋਣ ਵਾਲੇ ਇਹਨਾਂ ਸਾਰੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਫਗਾਨਿਸਤਾਨ ਦੇ ਅੰਬੈਸਡਰ ਫਰੀਨ ਮੁਹੰਮਦ ਜੁਆਇਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਵੱਲੋਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਉੱਥੇ ਹੀ ਰਸ ਭਿੰਨੀ ਬਾਣੀ ਦਾ ਆਨੰਦ ਵੀ ਮਾਣਿਆ ਗਿਆ। ਨਾਲ ਹੀ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਹਨਾਂ ਦੇ ਪਹੁੰਚਣ ਤੇ ਸ਼੍ਰੀ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਅਧਿਕਾਰੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨਾਲ ਹੀ ਸਿੱਖੀ ਨਾਲ ਪਿਆਰ ਉਹਨਾਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਖਿੱਚ ਕੇ ਲੈ ਆਇਆ ਹੈ। ਨਾਲ ਹੀ ਅਫਗਾਨਿਸਤਾਨ 'ਚ ਹੋਏ ਹਾਲਾਤਾਂ ਬਾਰੇ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। अच्छा, जो हमारे सिख और हिंदू बिरादरी के लोग हैं वो हमारी बदन का हिस्सा है। अफ़गानिस्तान की हिस्ट्री थ्रू आउट और हमारी हिस्ट्री ये लोग हमारे साथ रहे हैं, आज भी है, आइंदा भी रहेंगे। और जो प्रॉब्लम्स आ रही है सबको आ रही है, उनमें मेरे ख़्याल में धर्म को बीच में लाना कि इस पर्टिकुलर कम्युनिटी को तकलीफ़ हो रही है, औरों को नहीं हो रही, तो सबको तकलीफ़ हो रही है। मुस्लिम भी इससे इस तरह नहीं है कि उनको कोई तकलीफ़ नहीं हो रही। आप पिछले 2-3 महीनों में देख लें तो सबसे ज़्यादा अटैक्स मॉस्क्स में हो चुके हैं। कंदहार में, कुंदुज में बहुत ज़्यादा लोग वर्शिपर्स उधर मारे गए हैं। तो इस वायलेंस की जो लहर दौड़ी है,
جو اگرواد اور آتنکواد کی جو لہر ہے اس نے سب کو متاثر کیا ہے. سیڈلی ہماری سکھ اور ہندو بھائی بھی اس میں شامل تھے, یہ لوگ بھی ٹارگٹ ہو چکے ہیں. تو ابھی تک ہماری امید یہ ہے کہ یہ لوگ کہہ رہے ہیں کہ ہم نے ایک ٹیمپریری گورنمنٹ لائی ہے اور ہم ایک پرماننٹ گورنمنٹ کی طرف جائیں گے جس میں سب پولیٹیکل پارٹیز کو, سب ریلیجس مائنارٹیز کے لوگوں کو شامل کر دیں گے. تو ہمیں امید ہے کہ یہ لوگ آئندہ چند مہینوں میں اپنی بات پہ, اپنے وعدے پہ کھڑے رہے اور سچویشن امپروو کرنے کے لیے جو اقدامات ضروری ہے وہ وہی کر لے. کیونکہ ایک گروپ کی, ایک ہی لوگوں کی حکومت افغانستان میں نہیں رہی ہے اور اس کی چانسز بھی سروائیول کی پھر کم ہو جاتی ہے. کھانے کی ہم ایک ڈیفیکلٹ ٹائم, ایک مشکل اور کٹھن سمے سے گزر رہے ہیں. جو انٹرنیشنل ایڈ آ رہی ہے تو اس سمے پہ انہوں نے مینیج کر لیا ہے. ہاف آف ہماری جو پاپولیشن ہے ان کو فوڈ کی ضرورت تھی. جو UN ایجنسیز ہے, WFP ہے, ورلڈ فوڈ پروگرام ہے, وہ فوڈ ڈلیور کر رہی ہے. ہم ایک ایگریکلچر کنٹری ہے, ہماری فوڈ کی سمسیا کبھی نہیں رہی, لیکن ایک مس مینجمنٹ, ایک گورنمنٹ کی ایبسنس کہوں, یہ نہیں رہی تو ریسورسز درست طرح سے مینیج نہیں ہو پائے. اگر ریسورسز مینیج ہو پاتی تو یہ پرابلم سامنے نہیں آتی. لیکن ابھی تک جو ہماری ہم جس حد تک ہماری کنسرنس تھی, ڈر رہے تھے کہ اس طرح کے بڑے واقعات نہ ہو کہ بھوک سے لوگ مرے, تو وہ حالت بھی نہیں ہوئی. حالات بگڑے ہوئے ہیں لیکن اتنی بھی کریٹیکل نہیں ہے, اتنے بھی سیریس نہیں ہے کہ ہمیں اس سے کوئی خدشہ ہو. ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ.